सतगुरां दी अपार बख्शिश रहमत दे सदका ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੇ ਅੰਦਰ ਆਪ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹੋ। ਸਤਿਗੁਰਾਂ ਦੀ ਅਸੀਸ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਅੱਜ ਕਿਰਪਾ ਕੀਤੀ ਹੈ ਜੋ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਵਾਕ, ਪਾਵਨ ਪਵਿੱਤਰ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਜੋ ਤਤ ਖਾਲਸਾ ਦੀਵਾਨ ਤੋਂ ਸਤਿਗੁਰਾਂ ਨੇ ਅਸੀਸ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਪਵਿੱਤਰ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 627 ਅਤੇ 28 627 ਅਤੇ 628 ਦੇ ਉੱਤੇ ਇਹ ਪਾਵਨ ਪਵਿੱਤਰ ਵਾਕ ਅੰਕਿਤ ਹੈ, ਸੁਭਾਇਮਾਨ ਹੈ, ਜਿਸ ਅੰਦਰ ਸਤਿਗੁਰਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਉਹ ਪਰਮੇਸ਼ਰ, ਉਹ ਕਰਤਾ, ਉਹ ਅਕਾਲ ਪੁਰਖ ਜੋ ਹੈ, ਉਹ ਰਹਿਮਤਾਂ ਦਾ ਦਰਿਆ ਹੈ, ਰਹਿਮਤਾਂ ਦਾ ਮੁਜੱਸਮਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਸੋਰਠ ਮਹੱਲਾ ਪੰਜਵਾਂ, ਰਾਗ ਸੋਰਠ ਹੈ ਅਤੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ, ਪਾਵਨ ਪਵਿੱਤਰ ਵਾਕ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ। ਪਰਮੇਸ਼ਰ ਦਿੱਤਾ ਬੰਨਾ ਉਸ ਪ੍ਰਭੂ ਪਰਮਾਤਮਾ ਨੇ ਬਖਸ਼ਿਸ਼ ਕੀਤੀ। ਵਿਕਾਰਾਂ ਦੀ ਰਾਹ ਦੇ ਉੱਤੇ ਉਸ ਪ੍ਰਭੂ ਪਰਮਾਤਮਾ ਨੇ ਮਾਨੋ ਲੋਕ ਲਾ ਦਿੱਤਾ ਹੋਵੇ, ਰੋਕ ਲਾ ਦਿੱਤੀ ਹੋਵੇ, ਡੱਕਾ ਲਾ ਦਿੱਤਾ ਹੋਵੇ, ਮਾਨੋ ਲੋਕਡਾਊਨ ਕਰ ਦਿੱਤਾ ਹੋਵੇ। ਐਸੀ ਬਖਸ਼ਿਸ਼ ਸਤਿਗੁਰਾਂ ਨੇ ਕੀਤੀ। ਕਹਿੰਦੇ ਪਰਮੇਸ਼ਰ ਬੇਅੰਤ ਹੈ। ਆਪਾਂ ਕਹਿੰਦੇ ਹਾਂ ਮਨ ਜਿਹੜਾ ਹੈ ਉਹ ਵਸ ਵਿੱਚ ਨਹੀਂ ਆਉਂਦਾ, ਮਨ ਭਟਕਦਾ ਹੈ। ਬਾਣੀ ਪੜ੍ਹਦਿਆਂ, ਕੰਮ ਕਾਰ ਕਰਦਿਆਂ ਵੀ ਮਨ ਪਤਾ ਨਹੀਂ ਕਿੱਥੇ ਕਿੱਥੇ ਉਡਾਰੀ ਮਾਰ ਕੇ ਆਉਂਦਾ ਹੈ। ਆਪਾਂ ਬੈਠੇ ਕਿਸੇ ਹੋਰ ਸ਼ਹਿਰ ਵਿੱਚ ਹੁੰਦੇ ਹਾਂ, ਸਾਡਾ ਧਿਆਨ ਕਿਸੇ ਹੋਰ ਸ਼ਹਿਰ ਵਿੱਚ ਹੁੰਦਾ ਹੈ। ਕੰਮ ਕੋਈ ਕਰਦੇ ਹਾਂ ਪਰ ਧਿਆਨ ਕਿਤੇ ਹੋਰ ਚਲਾ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਜੇ ਪਰਮੇਸ਼ਰ ਚਾਹੇ, ਜੇ ਪਰਮੇਸ਼ਰ ਚਾਹੇ ਤੇ ਹਰ ਵਿਕਾਰ ਦੇ ਉੱਤੇ ਡੱਕਾ ਲਾ ਸਕਦਾ ਹੈ, ਰੋਕ ਲਗਾ ਸਕਦਾ ਹੈ। ਦੁੱਖ ਰੋਗ ਕਾ ਡੇਰਾ ਭੰਨਾ, ਜਦੋਂ ਇਹਨਾਂ ਵਿਕਾਰਾਂ ਤੋਂ ਸਾਡਾ ਖਹਿੜਾ ਛੁੱਟ ਜਾਵੇਗਾ, ਸਾਡਾ ਛੁਟਕਾਰਾ ਹੋ ਜਾਵੇਗਾ, ਫਿਰ ਕਹਿੰਦੇ ਦੁੱਖ ਰੋਗ ਕਾ ਡੇਰਾ ਭੰਨਾ। ਜਿਹੜਾ ਦੁੱਖਾਂ ਰੋਗਾਂ ਨੇ ਡੇਰਾ ਲਾਇਆ ਸੀ, ਆਪਣਾ ਟਿਕਾਣਾ ਬਣਾ ਲਿਆ ਸੀ, ਸਤਿਗੁਰੂ ਕਹਿੰਦੇ ਫਿਰ ਦੁੱਖ ਰੋਗ ਜਿਹੜੇ ਨੇ ਉਹ ਸਾਰੇ ਛੱਡ ਕੇ ਨੱਸ ਜਾਂਦੇ ਨੇ। ਤੇ ਫਿਰ ਹੁੰਦਾ ਕੀ ਹੈ? ਆਨੰਦ ਕਰਹਿ ਨਰ ਨਾਰੀ। ਫਿਰ ਮਾਨੋ ਆਨੰਦ ਹੀ ਆਨੰਦ ਹੈ, ਕਿਉਂਕਿ ਜਦੋਂ ਦੁੱਖ ਖਤਮ ਹੋ ਗਿਆ ਤੇ ਫਿਰ ਆਨੰਦ ਹੀ ਰਹਿਣਾ ਹੈ। ਉਸ ਤੋਂ ਬਾਅਦ ਕੋਈ ਹੋਰ ਚੀਜ਼ ਨਹੀਂ ਰਹਿੰਦੀ। ਸਤਿਗੁਰੂ ਕਹਿੰਦੇ ਨੇ ਉਸ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਵਿਕਾਰਾਂ ਤੋਂ ਬਚਾ ਕੇ ਅਤੇ ਸੁੱਖਾਂ ਦਾ ਜਿਹੜਾ ਹੈ ਉਹ ਰਾਹ ਖੋਲ੍ਹ ਦਿੱਤਾ ਹੈ। ਹਰ ਹਰ ਪ੍ਰਭ ਕਿਰਪਾ ਧਾਰੀ,
ਉਸ ਪ੍ਰਭੂ ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਸੰਤੋ ਸੁਖ ਹੋਆ ਸਭ ਥਾਈ। ਇਹ ਸੰਤ ਜਨੋ, ਇਹ ਉਸ ਪਰਮਾਤਮਾ ਦੇ ਪਿਆਰਿਓ, ਜਿਹੜਾ ਸੁਖ ਹੈ ਉਹ ਸਭ ਥਾਵਾਂ ਦੇ ਉੱਤੇ ਵਰਤ ਰਿਹਾ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਇਹ ਸੈਂਟਰਲ ਮੀਨਿੰਗ ਹੈ, ਰਹਾਉ ਵਾਲੀ ਪੰਕਤੀ ਹੈ। ਸਤਿਗੁਰੂ ਕਹਿੰਦੇ ਨੇ ਕਿ ਉਸ ਪਾਰ ਬ੍ਰਹਮ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਪਾਰ ਬ੍ਰਹਮ ਪੂਰਨ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ। ਰਵ ਰਹਿਆ ਸਭਨੀ ਜਾਈ। ਉਹ ਸਾਰਿਆਂ ਦੇ ਵਿੱਚ ਰਵਿਆ ਹੋਇਆ ਹੈ, ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ। ਸਤਿਗੁਰੂ ਕਹਿੰਦੇ ਨੇ ਜਹ ਜਹ ਪੇਖੋਂ ਤਹ ਹਜੂਰ ਦੂਰ ਕਤਹੁ ਨਾ ਜਾਈ। ਕਹਿ ਲਗੇ ਮੈਂ ਜਿਸ ਪਾਸੇ ਵੀ ਵੇਖਦਾ ਹਾਂ ਮੈਨੂੰ ਪਰਮਾਤਮਾ ਨਜ਼ਰ ਆਉਂਦਾ ਹੈ, ਪਰਮਾਤਮਾ ਦਿਸਦਾ ਹੈ। ਦੂਰ ਕਤਹੁ ਨਾ ਜਾਈ। ਉਹ ਮੇਰੇ ਤੋਂ ਦੂਰ ਨਹੀਂ, ਉਹ ਮੇਰੇ ਅੰਦਰ ਹੈ, ਮੇਰੇ ਹਿਰਦੇ ਅੰਦਰ ਵਸਿਆ ਹੋਇਆ ਹੈ। ਕਿਉਂ? ਸਤਿਗੁਰੂ ਕਹਿੰਦੇ ਧੁਰ ਕੀ ਬਾਣੀ ਆਈ। ਕਹਿਣ ਲੱਗੇ ਇਹ ਜਿਹੜੀ ਬਾਣੀ ਹੈ, ਇਹ ਜਿਹੜੇ ਬਚਨ ਹਨ, ਇਹ ਧੁਰ ਦਰਗਾਹੋ ਉਸ ਅਕਾਲ ਪੁਰਖ ਦੀ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜਿਸ ਜੀਵੜ ਅਵਰ ਨਾ ਕੋਈ। ਇਹ ਬਾਣੀ ਨਿਰੰਕਾਰ ਹੈ। ਸਤਿਗੁਰੂ ਕਹਿੰਦੇ ਜਦੋਂ ਧੁਰ ਦੀ ਜਿਹੜੀ ਬਾਣੀ ਹੈ, ਧੁਰ ਦਰਗਾਹੋਂ ਬਾਣੀ ਆ ਗਈ, ਕਹਿਣ ਲੱਗੇ ਤਿੰਨ ਸਗਲੀ ਚਿੰਤ ਮਿਟਾਈ। ਫਿਰ ਉਹਨੇ ਸਾਰੀਆਂ ਚਿੰਤਾਵਾਂ, ਸਾਰੇ ਡਿਪਰੈਸ਼ਨ, ਸਾਰੀਆਂ ਟੈਨਸ਼ਨਾਂ ਖਤਮ ਕਰ ਦਿੱਤੀਆਂ। ਮਾਨੋ ਉਸ ਨੂੰ, ਉਹਨਾਂ ਨੂੰ ਡਿਸਟਰੋਏ ਹੀ ਕਰ ਦਿੱਤਾ। ਐਵੇਂ ਲੱਗਦਾ ਕਦੀ ਦੁੱਖ ਹੈ ਹੀ ਨਹੀਂ ਸੀ। ਐਸੀ ਬਖਸ਼ਿਸ਼ ਸਤਿਗੁਰਾਂ ਦੀ ਬਾਣੀ ਦੀ। ਕਿਉਂ? ਕਹਿਣ ਲੱਗੇ ਦਇਆਲ ਪੁਰਖ ਮਿਹਰਬਾਨਾ। ਉਹ ਜਿਹੜਾ ਪਰਮਾਤਮਾ ਹੈ, ਉਹ ਪੁਰਖ ਜਿਹੜਾ ਹੈ ਉਹ ਹਮੇਸ਼ਾ ਹੀ ਦਿਆਲ ਹੈ। ਇਨਸਾਨ ਭਾਵੇਂ ਚੰਗੇ ਕਰਮ ਕਰੇ, ਭਾਵੇਂ ਮਾੜੇ ਕਰਮ ਕਰੇ, ਪਰ ਪਰਮਾਤਮਾ ਹਮੇਸ਼ਾ ਦਿਆਲ ਰਹਿੰਦਾ ਹੈ। ਜਿਵੇਂ ਇੱਕ ਪਿਤਾ, ਇੱਕ ਮਾਤਾ ਆਪਣੇ ਬੱਚਿਆਂ ਦੇ ਔਗਣ ਨੂੰ ਚਿਤਾਰਦੀ ਨਹੀਂ, ਉਹ ਔਗਣ ਕਰੇ ਤੇ ਉਹ ਬਖਸ਼ ਲੈਂਦੇ ਨੇ, ਫਿਰ ਗਲ ਦੇ ਨਾਲ ਲਾ ਲੈਂਦੇ ਨੇ। ਸਤਿਗੁਰੂ ਕਹਿੰਦੇ ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਕਹਿਣ ਲੱਗੇ ਇਹ ਨਾਨਕ, ਇਹ ਜਿਹੜੀ ਗੱਲ ਹੈ ਬਿਲਕੁਲ ਸੱਚ ਹੈ ਕਿ ਪਰਮਾਤਮਾ ਚਾਹੇ ਤੇ ਦੁੱਖਾਂ ਰੋਗਾਂ ਨੂੰ ਖਤਮ ਕਰ ਸਕਦਾ ਹੈ। ਸੋ ਆਓ ਐਸੀਆਂ ਬਖਸ਼ਾਂ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਵਾਕ ਅੰਦਰ ਕੀਤੀਆਂ ਹਨ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਸਤਿਗੁਰੂ ਖਿਮਾ ਬਖਸ਼ਿਸ਼ ਕਰਨ ਜੀ, ਰਹਿਮਤ ਵਰਤਾਉਣ ਅਤੇ ਸਾਡਾ ਪੜ੍ਹਿਆ ਸੁਣਿਆ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰ ਲੈਣ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।